84 ਐਵੇਨਿਊ ਦੇ ਖੁੱਲਣ ਦਾ ਸਰੀ ਵਾਸੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਜਿਸ ਨੂੰ ਅੱਜ ਖੋਲ ਦਿੱਤਾ ਗਿਆ ਹੈ। ਹੁਣ 84 ਤੋਂ 140 ਸਟਰੀਟ ਤੱਕ ਜਾਣਾ ਕਾਫੀ ਸੌਖਾ ਹੋ ਗਿਆ ਹੈ। ਸੇਫ ਸਰੀ ਕੋਲੀਸ਼ਨ ਦੇ ਵੱਲੋਂ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਯਤਨ ਸਦਕਾ ਅੱਜ ਆਪਣੀ ਖੁਸ਼ੀ ਕੁਝ ਇਸ ਤਰ੍ਹਾਂ ਸਾਂਝੀ ਕੀਤੀ ਗਈ। ਸਰੀ ਦੇ ਵਿੱਚ ਟ੍ਰੈਫਿਕ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸੇ ਤਰ੍ਹਾਂ ਹੀ 84 ਐਵੇਨਿਊ ਨੂੰ 140 ਸਟਰੀਟ ਤੱਕ ਖੋਲ ਦਿੱਤਾ ਗਿਆ ਹੈ, ਜਿਹਦੇ ਨਾਲ ਲੋਕਾਂ ਦੇ 15 ਤੋਂ 20 ਮਿੰਟ ਜਿਹੜੇ ਉਹ ਬਚਨੇ ਨੇ, ਕਿਉਂਕਿ ਪਹਿਲਾਂ 72 ਤੇ 88 ਤੋਂ ਹੋ ਕੇ ਇੱਥੇ ਪਹੁੰਚਣਾ ਪੈਂਦਾ ਸੀ। ਹੁਣ ਸਿੱਧੇ ਜਦੋਂ ਜਾਣਗੇ ਤਾਂ ਲੋਕਾਂ ਦੇ ਸਮੇਂ ਦੀ ਬਚਤ ਜਿਹੜੀ ਉਹ ਹੋਣੀ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਰੋਡ ਜਿਹੜਾ ਹੈ ਉਹ ਖੋਲ ਦਿੱਤਾ ਗਿਆ ਹੈ 84 ਤੋਂ 140 ਸਟਰੀਟ ਤੱਕ। ਹੁਣ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਲੋਕ ਜਿਹੜੇ ਉਹ ਪਹੁੰਚ ਜਾਣਗੇ। ਸੋ ਇਸ ਨੂੰ ਲੈ ਕੇ ਇੱਕ ਸਮਾਗਮ ਵੀ ਸਾਬਕਾ ਮੇਅਰ ਡੱਗ ਮੈਕਲਮ ਦੇ ਵੱਲੋਂ ਰੱਖਿਆ ਗਿਆ ਹੈ ਤੇ ਸਾਡੇ ਭਾਈਚਾਰੇ ਦੇ ਵੱਲੋਂ ਵੀ ਸ਼ਮੂਲੀਅਤ ਉਸ ਸਮਾਗਮ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਨੇ ਸਿੱਧੇ ਰੂਪ 'ਚ ਗੱਲਬਾਤ ਕਹੀ ਹੈ ਕਿ ਇਹ ਇੱਕ ਚੰਗਾ ਕਦਮ ਹੈ ਤੇ ਸਮੇਂ ਦੀ ਬਚਤ ਵਾਲਾ ਹੈ। ਸਰੀ ਸ਼ਹਿਰ ਦੇ ਵਿੱਚ ਟ੍ਰੈਫਿਕ ਵੱਡਾ ਮੁੱਦਾ ਬਣਿਆ ਹੋਇਆ ਹੈ। 84 ਤੋਂ 140 ਸਟਰੀਟ ਤੱਕ ਪਹੁੰਚਣ ਦੇ ਲਈ 72 ਤੋਂ 88 ਹੁੰਦਿਆਂ ਜਾਣਾ ਪੈਂਦਾ ਸੀ, ਜਿਸ ਕਾਰਨ ਸਮੇਂ ਦੀ ਬਰਬਾਦੀ ਦੇ ਨਾਲ ਖੱਜਲ ਖੁਆਰੀ ਵੀ ਹੁੰਦੀ ਸੀ। ਪਿਛਲੇ ਲੰਬੇ ਸਮੇਂ ਤੋਂ 84 ਨੂੰ 140 ਸਟਰੀਟ ਨਾਲ ਜੋੜਨ ਦਾ ਕੰਮ ਚੱਲ ਰਿਹਾ ਸੀ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਆਮ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਸਾਬਕਾ ਮੇਅਰ ਡੱਗ ਮੈਕਲਮ ਦੇ ਵੱਲੋਂ ਸਮਰਥਕਾਂ ਸਮੇਤ ਇਸ ਨੂੰ ਆਪਣੀ ਪ੍ਰਾਪਤੀ ਦੱਸਿਆ ਗਿਆ ਹੈ। I want to start off with to finally see this finish right now in such a beautiful setting that we're all in right now, and how much and how care they took in building this road with all the greenway. ਉਦੋਂ ਕਾਉਂਸਲਰ ਮਨਦੀਪ ਨਾਗਰਾ ਨੇ ਕਿਹਾ ਹੈ ਕਿ ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਜਿਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਬਾਕੀ ਸੜਕਾਂ ਤੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕੱਢਣ ਲਈ ਅਜਿਹੇ ਪ੍ਰੋਜੈਕਟ ਮੌਜੂਦਾ ਕਾਉਂਸਲ ਨੂੰ ਅਪਰੂਵ ਕਰਨੇ ਚਾਹੀਦੇ ਨੇ। ਜੀ ਬਿਲਕੁਲ, ਬੜੀ ਡਿਮਾਂਡ ਸੀ ਕਮਿਊਨਿਟੀ ਦੀ ਪਿਛਲੇ ਇਨਫੈਕਟ ਜਿਹੜੇ ਹੁਣ ਜਦੋਂ ਅਸੀਂ ਲਾਸਟ 4 ਸਾਲ ਤੋਂ ਗੱਲ ਕਰ ਰਹੇ ਸੀ ਮੰਦਿਰ ਦੇ ਪ੍ਰੈਜ਼ੀਡੈਂਟਸ ਦੇ ਨਾਲ, ਗੁਰਦੁਆਰੇ ਦੀ ਕਮੇਟੀ ਦੇ ਨਾਲ, ਕਿ ਪਿਛਲੇ 20 ਸਾਲ ਤੋਂ ਲੱਗੇ ਹੋਏ ਸੀਗੇ ਕਿ ਇਹ ਜਿਹੜਾ ਰੋਡ ਹੈ ਖੁੱਲ੍ਹਣਾ ਚਾਹੀਦਾ। ਨਾਲ ਦੀ ਨਾਲ ਜਿਹੜੀ ਇੱਕ ਮਿਡਲ ਦੇ ਵਿੱਚ ਪਾਰਕਿੰਗ ਆ ਉਹ ਐਕਸਪੈਂਡ ਹੋਣੀ ਚਾਹੀਦੀ, ਤਾਂ ਕਿ ਜਦੋਂ ਸਪੈਸ਼ਲੀ ਜਦੋਂ ਸਾਡੇ ਪ੍ਰੋਗਰਾਮਸ ਹੁੰਦੇ ਨੇ ਦੀਵਾਲੀ ਦਾ, ਦੁਸਹਿਰੇ ਦਾ, ਨਵੇਂ ਸਾਲ 'ਤੇ ਜਾਂ ਹੋਰ ਇੱਥੇ ਕੋਈ ਪ੍ਰਾਈਵੇਟ ਇਵੈਂਟਸ ਹੁੰਦੇ ਨੇ, ਵਿਆਹ ਸ਼ਾਦੀਆਂ ਹੁੰਦੇ ਨੇ, ਉਹਨਾਂ ਦੇ ਪਾਰਕਿੰਗ ਦੀ ਬਹੁਤ ਪ੍ਰੋਬਲਮ ਹੁੰਦੀ ਸੀਗੀ। ਨਾਲ ਦੀ ਨਾਲ ਇੱਥੇ ਪਹੁੰਚਣਾ, ਕਿਉਂਕਿ 88 ਲੈ ਕੇ ਜਿਹੜੀ ਟ੍ਰੈਫਿਕ ਇੱਧਰੋਂ ਵੀ ਆ ਰਹੀ ਆ, ਉਹਨਾਂ ਨੂੰ ਪਹਿਲੇ 88 ਲੈ ਕੇ ਫਿਰ ਗੁਰਦੁਆਰੇ ਮੰਦਿਰ ਸਾਹਿਬ ਜਾਂ ਚਰਚ ਦੇ ਵਿੱਚ ਆਉਣਾ। ਸੋ ਉਹਨਾਂ ਲਈ ਬਹੁਤ ਐਕਸਾਈਟਮੈਂਟ ਹੈ, ਰੈਜ਼ੀਡੈਂਟਸ ਵਾਸਤੇ ਬਹੁਤ ਐਕਸਾਈਟਿੰਗ ਡੇ ਅੱਜ, ਕਿ ਉਹ ਕਹਿੰਦੇ ਕਿ ਬਹੁਤ ਲੋਕਾਂ ਨੂੰ ਅੱਜ ਸੁਣਿਆ, ਕਹਿੰਦੇ ਕਿ ਸਾਡਾ ਡੇਲੀ ਦਾ 15 ਤੋਂ 30 ਮਿੰਟ ਪਰ ਡੇ ਦਾ ਸਾਡੇ ਜਿਹੜਾ ਟਾਈਮ ਸੇਵ ਹੋ ਗਿਆ, ਜਿਹੜਾ ਅਸੀਂ ਟ੍ਰੈਫਿਕ ਦੇ ਵਿੱਚ ਸਪੈਂਡ ਕਰਦੇ ਸੀਗੇ। ਸੋ ਬਹੁਤ ਐਕਸਾਈਟਿੰਗ ਆ। ਇੱਦਾਂ ਦੇ ਹੋਰ ਬਹੁਤ ਰੋਡਸ ਹੈਗੇ ਨੇ ਜਿਹੜੇ ਹਜੇ ਹੋਰ ਖੁੱਲ੍ਹਣੇ ਚਾਹੀਦੇ, ਜਿਨ੍ਹਾਂ 'ਤੇ ਕੰਮ ਹੋਣਾ ਬਾਕੀ ਆ। ਸੋ ਇਹ ਇੱਕ ਸਟਾਰਟਿੰਗ ਹੈ। ਮੈਨੂੰ ਲੱਗਦਾ ਕਿ ਇਸ ਤੋਂ ਬਾਅਦ 132 ਦਾ ਪ੍ਰੋਜੈਕਟ ਜਿਹੜਾ ਡਬਲ ਲੇਨ ਹੋਣਾ ਚਾਹੀਦਾ, 128 ਦਾ, ਅਤੇ ਨਾਲ ਦੀ ਨਾਲ ਜਿਹੜਾ 72 ਐਵੇਨਿਊ 152 ਸਟਰੀਟ 'ਤੇ ਜਾ ਕੇ ਜਿਹੜਾ ਬੰਦ ਹੋ ਜਾਂਦਾ, ਉਹਨੂੰ ਕਨੈਕਟ ਕਰਨ ਦੀ ਲੋੜ ਆ 176 ਤੱਕ। ਸੋ ਇੱਦਾਂ ਦੇ ਜਿਹੜੇ ਰੋਡ ਇੰਪਰੂਵਮੈਂਟ ਦੇ ਪ੍ਰੋਜੈਕਟ ਆ, ਉਹਨਾਂ ਦੀ ਅੱਜ ਡਿਮਾਂਡ ਹੈਗੀ। ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਟ੍ਰੈਫਿਕ ਦੀ ਪ੍ਰੋਬਲਮ ਕਿੱਡੀ ਵੱਡੀ ਹੋ ਗਈ ਸਰੀ ਦੇ ਵਿੱਚ। ਇੱਕ ਸਾਈਡ ਤੋਂ ਦੂਸਰੀ ਸਾਈਡ, ਚਾਹੇ ਨੌਰਥ ਸਾਊਥ ਚਾਹੇ ਈਸਟ ਵੈਸਟ ਜਾਣ ਵਾਸਤੇ 1-1 ਘੰਟਾ ਲੱਗ ਜਾਂਦਾ, ਜਿੱਥੇ ਕਿ ਪਹਿਲੇ ਅੱਜ ਤੋਂ 10-15 ਸਾਲ ਪਹਿਲੇ 10-15 ਮਿੰਟ ਦੀ ਡਰਾਈਵ ਹੁੰਦੀ ਸੀ, ਅੱਜ 1-1 ਘੰਟਾ ਲੱਗ ਜਾਂਦਾ। ਸੋ ਕਿਉਂਕਿ ਸਾਡੇ ਰੋਡ ਦੇ ਵਿੱਚ ਕੋਈ ਵੀ ਰੋਡਸ ਦੇ ਵਿੱਚ ਇੰਪਰੂਵਮੈਂਟ ਨਹੀਂ ਆਈ, ਉਹ ਇਸ ਕਰਕੇ ਜਿਹੜਾ ਟ੍ਰੈਫਿਕ ਇਹ ਆਲ ਆਫ ਸਡਨ ਓਵਰਨਾਈਟ ਪ੍ਰੋਬਲਮ ਕ੍ਰੀਏਟ ਨਹੀਂ ਹੋ ਗਈ। ਇਹ ਕਿਉਂਕਿ ਪਿਛਲੇ 10-15 ਸਾਲ ਦੇ ਵਿੱਚ ਕੋਈ ਨਵੇਂ ਕਨੈਕਸ਼ਨਸ ਨਹੀਂ ਬਣੇ, ਕੋਈ ਨਵੀਂ ਐਕਸਪੈਂਸ਼ਨਸ ਨਹੀਂ ਹੋਈਆਂ, ਇਸ ਕਰਕੇ ਪ੍ਰੋਬਲਮ ਕ੍ਰੀਏਟ ਹੋਈ ਆ। ਸੋ ਇਹ ਇੱਕ ਚੰਗਾ ਇੱਕ ਬਿਗਿਨਿੰਗ ਪੁਆਇੰਟ ਹੈਗਾ। ਆਪਾਂ ਨੂੰ ਹੋਰ ਰੋਡਸ ਬਹੁਤ ਜਿਹੜੇ ਨੇ ਕਨੈਕਟ ਨਹੀਂ ਹੁੰਦੇ, ਸਰੀ ਦੇ ਇੱਕ ਸਾਈਡ ਤੋਂ ਦੂਸਰੀ ਸਾਈਡ ਰਨ ਕਰਦੇ ਨੇ, ਪਰ ਵਿੱਚੋਂ ਉਹਨਾਂ ਦੇ ਸੈਗਮੈਂਟਸ ਮਿਸਿੰਗ ਨੇ। ਸੋ ਉਹਨਾਂ ਨੂੰ ਅੱਜ ਕਨੈਕਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਆਈ ਹੋਪ ਕਿ ਮੇਅਰ ਲੋਕ, ਉਹਨਾਂ ਦੀ ਟੀਮ ਨਾਲ ਮੈਂ ਤੇ ਕਾਉਂਸਲ ਵੈਲਫੇਅਰ, ਸਾਡੀ ਸਾਰੀ ਟੀਮ, ਅਸੀਂ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਤਾਂ ਕਿ ਜਿਹੜੇ ਮਿਸਿੰਗ ਸੈਗਮੈਂਟਸ ਨੇ ਸਾਡੇ ਰੋਡਸ ਦੇ ਜਿਹੜੇ ਸਰੀ ਦੇ ਵਿੱਚ, ਉਹਨਾਂ ਨੂੰ ਅਸੀਂ ਕਨੈਕਟ ਕਰ ਸਕੀਏ, ਤਾਂ ਕਿ ਜਿਹੜੀ ਟ੍ਰੈਫਿਕ ਦੀ ਕੰਡੀਸ਼ਨਸ ਆ ਉਹ ਸਰੀ ਦੇ ਵਿੱਚ ਬੈਟਰ ਹੋ ਸਕੇ। ਸੋ ਵਾਕਈ 84 ਐਵੇਨਿਊ 140 ਸਟਰੀਟ ਤੱਕ ਖੁੱਲ੍ਹਣ ਤੋਂ ਬਾਅਦ ਲੋਕਾਂ ਦਾ ਸਮਾਂ ਤਾਂ ਬਚ ਰਿਹਾ, ਪਰ ਜ਼ਰੂਰਤ ਹੈ ਬਾਕੀ ਜਿਹੜੇ ਰੋਡਸ ਨੇ ਉਹਨਾਂ 'ਤੇ ਵੀ ਕੰਮਕਾਜ ਨਵੀਂ ਕੌਂਸਲ ਕਰੇ, ਤਾਂ ਜੋ ਸਰੀ ਵਾਸੀ ਟ੍ਰੈਫਿਕ ਦੇ ਨਾਲ ਨਾ ਜੂਝਣ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਪਟੋਲੋ ਬ੍ਰਿਜ ਤੇ ਪਾਰਟੀ ਕਰਨ ਦਾ ਕਦੀ ਮੌਕਾ ਮਿਲਿਆ ਹੈ? ਖੈਰ, ਤੁਸੀਂ ਸ਼ਾਇਦ ਕਿਸਮਤ ਵਾਲੇ ਹੋਵੋਗੇ। जी हाँ, पटोलो ब्रिज ते 3 दिन पार्टी की योजना बनाई जा रही है और इसका जिहड़ा प्रस्ताव है इस योजना को पूरा करने का पास कर दिता गया है। पटोलो ब्रिज बदलन का प्रोजैक्ट 2024 के पूरा होने की उम्मीद है।
ਅਜਿਹਾ ਹੋਣ ਤੋਂ ਬਾਅਦ ਪੁਰਾਣੇ ਪੁਲ ਨੂੰ ਹਟਾ ਦਿੱਤਾ ਜਾਏਗਾ। ਵੈਸਟਮਿੰਸਟਰ ਦੇ ਨਵੇਂ ਮੇਅਰ ਪੈਟਰਿਕ ਜੌਨਸਟਨ ਹੁਣ ਸੂਬੇ ਨੂੰ ਇੱਕ ਪੱਤਰ ਲਿਖਣਗੇ ਕਿ ਉਹ ਪ੍ਰਸਤਾਵਿਤ 3 ਦਿਨਾਂ ਸਮਾਗਮ ਬਾਰੇ ਕਿਵੇਂ ਮਹਿਸੂਸ ਕਰਦੇ ਨੇ। ਸਿਟੀ ਕਾਉਂਸਲਰ ਜਿਹੜੇ ਡੈਨੀਅਲ ਨੇ, ਉਹਨਾਂ ਨੇ ਸੋਮਵਾਰ ਰਾਤ ਨੂੰ ਮੋਸ਼ਨ ਨੂੰ ਅੱਗੇ ਲਿਆਂਦਾ ਅਤੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਪਾਰਟੀ ਇਸ ਗਰਮੀ ਦੇ ਵਿੱਚ ਹੋ ਸਕਦੀ ਹੈ। ਉਹ ਕਹਿੰਦੇ ਨੇ ਕਿ ਅਗਲੇ ਸਾਲ 86 ਸਾਲ ਪੁਰਾਣੇ ਢਾਂਚੇ ਨੂੰ ਬਦਲਣ ਤੋਂ ਪਹਿਲਾਂ ਪੁਲ ਦਾ ਜਸ਼ਨ ਮਨਾਉਣਾ ਚੰਗਾ ਹੋਵੇਗਾ। ਇੱਥੇ ਬਹੁਤ ਸਾਰੇ ਲੋਕ ਨੇ ਜੋ ਕਈ ਦਹਾਕਿਆਂ ਤੋਂ ਇਸ ਪੁਲ ਦੇ ਆਲੇ ਦੁਆਲੇ ਰਹੇ ਨੇ, ਜੋ ਪੁਲ ਦੇ ਉੱਤੇ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ ਜਾਂ ਜ਼ਖਮੀ ਵੀ ਹੋਏ ਨੇ, ਤੇ ਅਸੀਂ ਇੱਕ ਯਾਦਗਾਰ ਦੇ ਨਾਲ ਇੱਕ ਖਾਸ ਪਾਰਟੀ ਲਈ ਵੀ ਇਸ ਮੌਕੇ ਨੂੰ ਚੁਣ ਰਹੇ ਹਾਂ। ਸੋ ਯੋਜਨਾਬੱਧ ਤਰੀਕੇ ਨਾਲ ਇਹ ਸਭ ਹੋਏਗਾ। ਫੰਟੇਨ ਸਿਟੀ ਨਿਊਜ਼ ਉਹਨਾਂ ਨੇ ਦੱਸਿਆ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਲਾਈਵ ਮਨੋਰੰਜਨ ਅਤੇ ਫੂਡ ਟਰੱਕ ਰੱਖਣ ਦੀ ਯੋਜਨਾ ਵੀ ਬਣਾ ਰਹੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਲਈ ਵਿਚਾਰਾਂ ਲਈ ਵੀ ਖੁੱਲ੍ਹਾ ਸਮਾਂ ਜਿਹੜਾ ਉਹ ਰੱਖਣਗੇ। ਮੈਂ ਕੁਝ ਜਨਤਕ ਰੁਝੇਵਿਆਂ ਦੇ ਵਿੱਚ ਰਹਿਣਾ ਉਹਨਾਂ ਨੇ ਕਿਹਾ ਪਸੰਦ ਕਰਾਂਗਾ ਤੇ ਲੋਕਾਂ ਤੋਂ ਇਹ ਸੁਣਾਂਗਾ ਕਿ ਉਹ 3 ਦਿਨਾਂ ਦੇ ਵਿੱਚ ਕੀ ਕਰਨਾ ਪਸੰਦ ਕਰਨਗੇ। ਸਰੀ ਦੇ ਵਿੱਚ ਬੀਤੀ ਰਾਤ 79 ਐਵੇਨਿਊ ਤੇ 124 ਸਟਰੀਟ ਵਾਲੀ ਸਾਈਡ ਤੇ ਇੱਕ ਕਾਰ ਨੂੰ ਅੱਗ ਲੱਗ ਗਈ। ਅੱਗ ਕਰੀਬ 2:30 ਵਜੇ ਦੇ ਕਰੀਬ ਲੱਗੀ ਤੇ ਸਵੇਰ ਤੱਕ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਜਾਂਚ ਜਾਰੀ ਹੈ, ਪਰ ਕੁਝ ਲੋਕਾਂ ਦੇ ਮੁਤਾਬਕ ਇਸ ਘਰ ਦੇ ਕਈ ਰਾਜ਼ ਵੀ ਨੇ। ਆਓ ਜਾਣਦੇ ਹਾਂ ਇਸ ਸੰਬੰਧੀ ਪੂਰੀ ਜਾਣਕਾਰੀ। ਸੋ ਇਸ ਵੇਲੇ ਇਹ 9:30 ਵਜੇ ਦੀ ਮਾਰਨਿੰਗ ਹੈ 10 ਮਈ ਦੀ, ਤੇ ਇਹ ਇਸ ਵੇਲੇ ਇੱਥੇ ਜਿਹੜਾ ਕੰਮ ਚੱਲ ਰਿਹਾ ਹੈ, ਇਹ ਥੋੜੀ ਦੇਰ ਪਹਿਲਾਂ ਵੀ ਅਸੀਂ ਇੱਥੇ ਨਿਊਜ਼ ਕਰ ਚੁੱਕੇ ਹਾਂ। ਇਹ ਤੁਹਾਨੂੰ ਇਸ ਵੇਲੇ ਦਿਖਾ ਦਈਏ ਕਿ 9:30 ਵਜੇ ਦੇ ਕਰੀਬ ਜਿਹੜਾ ਹੈ ਇਹ ਪੂਰਾ ਏਰੀਆ ਇੱਥੋਂ ਸਾਫ਼ ਇਸ ਵੇਲੇ ਕੀਤਾ ਜਾ ਰਿਹਾ ਹੈ। ਰਾਤ ਨੂੰ 2:20 ਦੇ ਉੱਤੇ ਮਤਲਬ ਕਿ ਦਿਨ ਚੜ ਗਿਆ ਸੀਗਾ ਔਰ ਇੱਕਦਮ ਇੱਥੇ ਬਲਾਸਟ ਦੀਆਂ ਆਵਾਜ਼ਾਂ ਸੁਣੀਆਂ। ਜਦੋਂ ਆਲੇ ਦੁਆਲੇ ਦੇ ਲੋਕਾਂ ਨੇ ਬਲਾਸਟ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਬਾਹਰ ਨਿਕਲੇ। ਬਾਹਰ ਨਿਕਲ ਕੇ ਜਦੋਂ ਉਹਨਾਂ ਲੋਕਾਂ ਨੇ ਦੇਖਿਆ ਤਾਂ ਇਹ ਘਰ ਜਿਹੜਾ ਇਸ ਵੇਲੇ ਖੰਡਰ ਬਣਿਆ ਹੋਇਆ ਹੈ, ਇਸ ਘਰ ਦੇ ਵਿੱਚ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਸੀ ਤੇ ਬਲਾਸਟ ਹੋ ਰਹੇ ਸੀਗੇ। ਹਾਂਜੀ, ਜਦੋਂ ਇਹ ਅੱਗ ਲੱਗੀ ਤੁਸੀਂ ਉਸ ਟਾਈਮ ਦੇ ਉੱਤੇ ਕਿੱਥੇ ਸੀ? ਤੁਸੀਂ ਕੀ ਦੇਖਿਆ? ਕਿੰਨੇ ਵਜੇ ਬਾਹਰ ਆਏ? ਮੈਂ ਸੁੱਤਾ ਪਿਆ ਸੀ, 2:20 ਸੀ 2:20। ਮੈਨੂੰ ਲੱਗਦਾ ਸੀ ਐਕਸੀਡੈਂਟ ਹੋਇਆ ਸੀ, ਇੰਨਾ ਉੱਚੀ ਆਵਾਜ਼ ਸੀ। ਵੀ ਬਾਹਰ ਦੇਖੇ ਕੈਮਰਿਆਂ ਤੇ ਕੁਛ ਦੱਸਿਆ ਹੀ ਨੇ ਜੀ। ਦੈਨ ਮੈਂ ਦੇਖਿਆ, ਮੈਂ ਨੋਟਿਸ ਕੀਤਾ ਕਿ ਥੋੜ੍ਹਾ ਜਿਹਾ ਲਾਈਟ ਸੀ ਚਾਨਣ, ਉਹ ਮੈਂ ਦੇਖਿਆ ਅੱਗ ਸੀ। ਬਾਹਰ ਭੱਜ ਕੇ ਆਇਆ, ਮੈਂ ਫੋਨ ਚੱਕਿਆ 911 ਨੂੰ ਫੋਨ ਕੀਤਾ। ਜਦੋਂ ਮੈਂ ਆਇਆ ਇੱਥੇ, ਉੱਥੇ ਵੇਖਿਆ ਇੰਨਾ ਉੱਚੀ ਅੱਗ ਸੀ। ਮੈਂ ਵੀਡੀਓ ਵੀ ਇੱਥੋਂ ਦੇ ਤੁਸੀਂ ਦੇਖ ਰਹੇ ਸੀ ਉਹ ਘਰ ਦੇ ਵਿੱਚ, ਰਾਈਟ? ਥੋੜੀ ਜਿਹੀ ਸਾਈਡ ਵਾਕ ਤੇ ਜਾ ਕੇ ਉੱਥੇ ਦਿਸਦਾ ਸੀ ਇੰਨਾ ਅੱਗ ਸੀ ਜੀ। ਐਂਡ ਦੈਨ ਇੱਕ ਦੋ ਗੁਆਂਢੀਆਂ ਵੀ ਆਏ, ਉਹ ਵੀ ਭੱਜ ਕੇ ਆਏ। ਸੋ ਅਸੀਂ ਤਿੰਨੇ ਗਏ, ਪੁਲਿਸ ਨੂੰ ਫੋਨ ਕੀਤਾ ਤੇ ਉਹ ਇੱਕ ਲੇਡੀ ਸੀ ਤੇ 2 ਬੱਚਿਆਂ ਥੋੜੇ ਜਿਹੇ ਐਨੀਮਲਸ ਨੂੰ, ਉਹਨੂੰ ਸਾਰੇ ਕੱਢ ਕੇ ਕਰ ਲਏ ਸੀ ਫੋਨ, ਨਾ ਗਏ ਸੀ ਫਾਇਰ ਫਾਈਟਰਸ। ਸੋ ਜਦੋਂ ਨਾਲ ਦੇ ਘਰਾਂ ਨੂੰ ਪਤਾ ਲੱਗਿਆ ਕਿ ਇਹ ਵੀ ਘਰ ਜਿਹੜਾ ਪੂਰਾ ਨਾਲ ਦਾ ਖਾਲੀ ਕਰ ਦਿੱਤਾ ਗਿਆ, ਸਾਰੇ ਬਾਹਰ ਆ ਗਏ ਤੇ ਨਾਲ ਦੀ ਨਾਲ ਸਭ ਤੋਂ ਜ਼ਿਆਦਾ ਜਿਹੜਾ ਡੈਮੇਜ ਹੋਇਆ ਉਹ ਇਸ ਘਰ ਦਾ ਹੋਇਆ। ਇਸ ਘਰ ਦੇ ਵਿੱਚ ਕਿਹਾ ਜਾ ਰਿਹਾ ਵੀ ਇੱਕ ਪੂਰਾ ਪਰਿਵਾਰ ਰਹਿ ਰਿਹਾ ਸੀਗਾ। ਇੱਕ ਫੀਮੇਲ ਸੀ ਕੋਈ ਤੇ ਉਹਨਾਂ ਦੇ ਨਾਲ ਉਹਨਾਂ ਦੀ ਬੱਚੀ ਸੀਗੀ। ਤਾਂ ਕਹਿੰਦੇ ਕਿ ਜਦੋਂ ਇਹ ਪੈਨਿਕ ਦੀ ਸਿਚੁਏਸ਼ਨ ਇੱਕਦਮ ਬਣੀ ਤਾਂ ਇਸ ਘਰ ਦੇ ਸ਼ੀਸ਼ੇ ਜਿਹੜੇ ਆ ਉਹ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਗਏ। ਇਹ ਤੁਹਾਨੂੰ ਇਹ ਘਰ ਵੀ ਦਿਖਾ ਦਿੰਨੇ ਆ, ਇਹ ਬਿਲਕੁਲ ਨਾਲ ਦਾ ਘਰ ਸੀਗਾ। ਇਹਦੇ ਸ਼ੀਸ਼ੇ ਪੂਰੇ ਤਰੀਕੇ ਨਾਲ ਕਹਿੰਦੇ ਟੁੱਟ ਗਏ ਜਦੋਂ ਆਵਾਜ਼ਾਂ ਆਈਆਂ ਤੇ ਇਹਦੇ ਵਿੱਚ ਜਿਹੜਾ ਪਰਿਵਾਰ ਰਹਿ ਰਿਹਾ ਸੀ, ਇੱਥੇ ਰਹਿੰਦੇ ਲੋਕਾਂ ਨੇ ਫਟਾਫਟ ਜਾ ਕੇ ਉਸ ਪਰਿਵਾਰ ਨੂੰ ਦਰਵਾਜ਼ੇ ਖੜਕਾਣੇ ਸ਼ੁਰੂ ਕੀਤੇ। ਉਹ ਸਾਈਡ ਦਾ ਡੋਰ ਤੁਸੀਂ ਦੇਖ ਸਕਦੇ ਹੋ ਉਧਰੋਂ ਦੀ, ਤਾਂ ਉਹ ਵੀ ਇੱਕਦਮ ਘਬਰਾ ਗਏ ਕਿ ਅੱਧੀ ਰਾਤ ਨੂੰ ਕਾਹਦੀਆਂ ਆਵਾਜ਼ਾਂ ਆ ਰਹੀਆਂ ਨੇ। ਸੋ ਉੱਥੋਂ ਇੱਕ ਛੋਟੀ ਬੱਚੀ ਨੂੰ ਤੇ ਉਹਨਾਂ ਦੀ ਮਦਰ ਨੂੰ ਜਿਹੜਾ ਫਟਾਫਟ ਰਾਤ ਨੂੰ ਬਾਹਰ ਕੱਢਿਆ ਗਿਆ ਕਿ ਤੁਹਾਡੇ ਘਰ ਦੇ ਬਿਲਕੁਲ ਨਜ਼ਦੀਕ ਅੱਗ ਲੱਗ ਚੁੱਕੀ ਹੈ, ਤੁਸੀਂ ਬਾਹਰ ਆ ਜਾਓ। ਉਹ ਸੇਫਲੀ ਬਾਹਰ ਆ ਗਏ। In a couple hours, so if you'd like to talk to him, because I don't really know. I know that house there was abandoned, and there's been nobody in that house for a few weeks. I don't know how the fire started, but it spread to my son's house, and of course it's partially burned, and there's water damage all throughout the house. So everything. All the brand new baby stuff is gone, and all my 9-year-old granddaughter's stuff is completely destroyed. So, but everybody's safe. Everybody's safe, And that's the important part. so where are they right now? They're staying at a friend's house. She's a little bit in shock, Okay, but she's okay. what about baby? Is she fine? The baby's fine. Okay, So everybody's fine. yeah, everybody's So stuff can be replaced as long as everybody's healthy, and everybody's fine.
ਪਰ ਇਸ ਵੇਲੇ ਜਿਹੜੀ ਹੈ ਇੱਥੇ ਪੂਰੀ ਜਾਂਚ ਕਰਤਾਵਾਂ ਦੀ ਟੀਮ ਪਹੁੰਚੀ ਹੋਈ ਹੈ, ਪੁਲਿਸ ਪਹੁੰਚੀ ਹੋਈ ਹੈ ਤੇ ਇਸ ਘਰ ਦੇ ਜਿਹੜੇ ਮੈਂਬਰ ਨੇ, ਇਹ ਓਨਰ ਨੇ ਜਿਹੜੇ ਖੜੇ ਹੋਏ ਨੇ, ਜਿਨ੍ਹਾਂ ਨਾਲ ਥੋੜੀ ਦੇਰ ਪਹਿਲਾਂ ਵੀ ਸਾਡੀ ਗੱਲ ਹੋਈ ਸੀਗੀ। ਇਹ ਜਿਨ੍ਹਾਂ ਨੇ ਕੈਪ ਲਈ ਹੋਈ ਹੈ, ਇਸ ਵੇਲੇ ਜਾਂਚ ਕਰਤਾਵਾਂ ਨਾਲ, ਇਨਵੈਸਟੀਗੇਟਰਸ ਨਾਲ ਗੱਲਬਾਤ ਕਰ ਰਹੇ ਨੇ। ਇਹ ਇਹਨਾਂ ਦਾ ਘਰ ਸੀਗਾ ਤੇ ਇਹਨਾਂ ਦੇ ਬੱਚੇ ਸੀ ਜਿਨ੍ਹਾਂ ਨੂੰ ਰਾਤ ਨੂੰ ਬਾਹਰ ਕੱਢਿਆ ਗਿਆ। ਛੱਤ ਤੁਸੀਂ ਪੂਰੀ ਤਰ੍ਹਾਂ ਦੇਖ ਸਕਦੇ ਹੋ ਨੁਕਸਾਨੀ ਗਈ ਹੈ। ਇਹ ਜਦੋਂ ਬਲਾਸਟ ਹੋਏ ਤਾਂ ਉਦੋਂ ਇਸ ਛੱਤ ਨੂੰ ਇਫੈਕਟ ਹੋਇਆ। ਜਦੋਂ ਇਸ ਘਰ ਦੇ ਵਿੱਚ ਅੱਗ ਲੱਗੀ ਹੋਈ ਸੀਗੀ ਉਸ ਵੇਲੇ ਜਿਹੜਾ ਇਹ ਅੱਗ ਦੀਆਂ ਲਪਟਾਂ ਤੇ ਜੇ ਬਲਾਸਟ ਜਿਹੜੇ ਹੋ ਰਹੇ ਸੀਗੇ, ਉਦੋਂ ਜਿਹੜੇ ਨਾਲ ਦੇ ਘਰ ਹੈ ਉਹਨਾਂ ਨੂੰ ਫਟਾਫਟ ਬਾਹਰ ਕੱਢਿਆ ਗਿਆ ਕਿ ਨਾਲ ਦੇ ਘਰਾਂ ਤੱਕ ਇਹ ਅੱਗ ਪਹੁੰਚ ਸਕਦੀ ਹੈ। ਇੱਥੇ ਦਰਖਤਾਂ ਨੂੰ ਵੀ ਅੱਗ ਲੱਗ ਗਈ ਸੀ ਤੇ ਇਸੇ ਲਈ ਇਹਨਾਂ ਦਰਖਤਾਂ ਨੂੰ ਜਿਹੜਾ ਠੀਕ ਕਰਨ ਦਾ ਕੰਮ ਹੈ ਇਹਨਾਂ ਵੱਲੋਂ ਕੀਤਾ ਜਾ ਰਿਹਾ। ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ, ਫਾਇਰ ਟੀਮਾਂ ਇੱਥੇ ਪਹੁੰਚੀਆਂ, ਐਂਬੂਲੈਂਸ ਦੀਆਂ ਗੱਡੀਆਂ, ਸਾਰੀਆਂ ਟੀਮਾਂ ਇੱਥੇ ਪਹੁੰਚ ਗਈਆਂ ਸੀਗੀਆਂ। ਸੋ ਜਿਹੜੇ ਲੋਕ ਜਿਹਨੇ ਸਭ ਤੋਂ ਪਹਿਲਾਂ ਇਸ ਅੱਗ ਨੂੰ ਦੇਖਿਆ ਉਹਨਾਂ ਨੇ ਵੀ ਇਸ ਸੰਬੰਧੀ ਜਿਹੜੀ ਹੈ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਜਦੋਂ ਇਹ ਲਪਟਾਂ ਨਿਕਲ ਰਹੀਆਂ ਸੀ ਬਾਹਰ, ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਨੇ ਹੀ ਜਿਹੜਾ ਇਸ ਘਰ ਦੇ ਜਿਹੜਾ ਨਾਲ ਦਾ ਘਰ ਹੈ ਜਿੱਥੇ ਇੱਕ ਪਰਿਵਾਰ ਰਹਿ ਰਿਹਾ ਸੀਗਾ, ਉਹਨਾਂ ਨੇ ਉਸ ਘਰ ਨੂੰ ਫਟਾਫਟ ਨੌਕ ਕਰਕੇ ਬਾਹਰ ਕੱਢਿਆ, ਜਿੱਥੋਂ ਇੱਕ ਔਰਤ ਤੇ ਉਹਦੇ ਬੱਚੇ ਨੂੰ ਉਹਨਾਂ ਨੇ ਬਾਹਰ ਕੱਢਿਆ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ। ਹੁਣ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਨੀ ਨੁਕਸਾਨ ਹੋਣੋਂ ਤਾਂ ਟਲ ਗਿਆ, ਪਰ ਮਾਲੀ ਨੁਕਸਾਨ ਜਿਹੜਾ ਹੋਇਆ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਪੂਰਾ ਮੰਜ਼ਰ ਹੈ, ਤੁਸੀਂ ਇਹ ਦੇਖ ਸਕਦੇ ਹੋ। ਇਹ ਘਰ 2 ਮੰਜ਼ਲਾ ਘਰ ਦੱਸਿਆ ਜਾ ਰਿਹਾ ਸੀ। ਘਰ ਨੂੰ ਔਨ ਕੌਣ ਕਰ ਰਿਹਾ ਸੀਗਾ ਇਹ ਹਜੇ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੈ। ਪੁਲਿਸ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਇਨਵੈਸਟੀਗੇਟਰਸ ਟੀਮਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਜੇ ਅਸੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਹਜੇ ਸਾਨੂੰ ਇਸ ਦੇ ਉੱਤੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਲਈ ਸਮਾਂ ਚਾਹੀਦਾ ਹੈ। ਪਰ ਇਹ ਜ਼ਰੂਰ ਦੱਸ ਦਈਏ ਕਿ ਕੁਝ ਲੋਕਾਂ ਦਾ ਇੱਥੇ ਇਹ ਕਹਿਣਾ ਹੈ ਕਿ ਜਦੋਂ ਇਸ ਸਟਰੀਟ ਤੇ ਅੱਗ ਦੀਆਂ ਲਪਟਾਂ ਦੇਖੀਆਂ ਗਿਆ, ਜਦੋਂ ਤਾਂ ਕੁਝ ਲੋਕਾਂ ਦੇ ਕੈਮਰੇ ਦੇ ਵਿੱਚ ਕੁਝ ਵੀਡੀਓਜ਼ ਆਈਆਂ, ਇੱਥੇ ਕੁਝ ਲੋਕਾਂ ਨੂੰ ਭੱਜਦੇ ਦੇਖਿਆ ਗਿਆ। ਕੁਝ ਗੱਡੀ ਵੀ ਕਹੀ ਜਾ ਰਹੀ ਹੈ ਵੀ ਅੱਗ ਲੱਗਣ ਤੋਂ ਬਾਅਦ ਇੱਥੋਂ ਭੱਜਦੀ ਦੇਖੀ ਗਈ ਹੈ, ਯਾਨੀ ਕਿ ਇਹ ਅੱਗ ਲਗਾਈ ਗਈ ਹੈ ਕਿਸੇ ਵੱਲੋਂ ਸੋਚ ਸਮਝ ਕੇ ਜਾਂ ਕਿਵੇਂ ਲੱਗੀ ਹੈ, ਇਹ ਹਜੇ ਸਵਾਲੀਆ ਨਿਸ਼ਾਨ ਹੈ। ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ। ਤੇ ਇਹ 79 ਤੇ 124 ਸਟਰੀਟ ਹੈ, ਇਹਦੇ ਬਿਲਕੁਲ ਸਾਈਡ ਦੇ ਉੱਤੇ, ਕਾਰਨਰ ਦੇ ਉੱਤੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਹੈ। ਸੋ ਫਿਲਹਾਲ ਇਹ ਸਟਰੀਟ ਜਿਹੜੀ ਹੈ ਲੋਕਾਂ ਵਾਸਤੇ ਖੋਲ ਤਾਂ ਦਿੱਤੀ ਗਈ, ਆਵਾਜਾਈ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਅੱਗ ਦੇ ਉੱਤੇ ਸਵੇਰ ਤੱਕ ਕਾਬੂ ਜਿਹੜਾ ਪਾ ਲਿਆ ਗਿਆ ਸੀਗਾ। ਪਰ ਫਿਲਹਾਲ ਜਿਹੜਾ ਹੈ ਅੱਗ ਲੱਗਣ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਨਹੀਂ ਹੋ ਪਾਈ। ਕੋਸ਼ਿਸ਼ ਕਰਾਂਗੇ ਕਿ ਅਪਡੇਟ ਜਿਹੜਾ ਉਹ ਤੁਹਾਨੂੰ ਕਰਦੇ ਰਹੀਏ, ਪਰ ਤੁਸੀਂ ਦੇਖ ਸਕਦੇ ਹੋ ਕਿ ਜਾਂਚ ਟੀਮਾਂ ਆਪਣਾ ਇੱਥੇ ਕੰਮ ਕਰ ਰਹੀਆਂ ਨੇ, ਪਤਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਕਿ ਇਸ ਘਰ ਨੂੰ ਅੱਗ ਕਿਵੇਂ ਲੱਗੀ ਹੈ। ਇੱਕ ਪਹਿਲੂ ਇਸ ਅੱਗ ਲੱਗਣ ਵਾਲੇ ਜਿਹੜੇ ਘਟਨਾ ਦਾ ਹੋਰ ਸਾਹਮਣੇ ਆ ਰਿਹਾ ਹੈ। ਇਸ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਘਰ ਹੈ ਇਸ ਸਿਟੀ ਦੇ ਵੱਲੋਂ ਸੀਲ ਕੀਤਾ ਗਿਆ ਸੀਗਾ, ਮਤਲਬ ਕਿ ਇੱਥੇ ਕੁਝ ਕਹਿੰਦੇ ਆ ਕਿ ਪਹਿਲਾਂ ਕੁਝ ਡਰਗ ਦੇ ਇਸ਼ੂ ਆਏ ਨੇ, ਭੰਗ ਵੀ ਆ ਕੇ ਕਹਿੰਦੇ ਪੀਂਦੇ ਸੀ ਲੋਕੀ। ਸੋ ਕੁਝ ਇਦਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਨੇ ਜਿਹਦੇ ਇਹ ਭੰਗ ਵਾਂਗੂ ਹੁੰਦੀ। ਨੇਬਰ ਵੀ ਆਇਆ ਤਾਂ ਦੇਖਿਆ ਤਾਂ ਇੱਥੇ ਅੱਗ ਲੱਗੀ ਹੋਈ ਸੀ ਆਲਰੇਡੀ। ਫਿਰ ਉਹ ਮੇਰੇ ਨੇਬਰ ਸੁਖਤੂਰ, ਉਹਨੇ ਆਸ ਘਰ 'ਚ ਲੇਡੀ ਰਹਿੰਦੀ ਸੀ, ਨਾਲ ਬੱਚਾ ਸੀ, ਇੱਕ ਤਾਂ ਜਮੇ ਨਿਊ ਬੋਰਨ ਸੀਗਾ, ਅੱਜ ਤੇ ਕਪਲ ਵੀਕ ਦਾ ਹੋਣਾ ਵਾ, ਇੱਕ ਥੋੜੀ 2-3 ਸਾਲ ਦੀ ਬੱਚੀ ਸੀ। ਉਹਨਾਂ ਦਾ ਡੋਰ ਨੌਕ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਇੱਥੇ, ਤੇ ਬਾਕੀ ਫਿਰ ਜਾਨੂੰ ਨੇਬਰ ਵੀ ਆ ਗਏ। ਅੱਗ ਇੰਨੀ ਤੇਜ਼ ਸੀਗੀ, ਮਤਲਬ ਫਿਰ ਇਹਨਾਂ ਨੇ ਅੱਗ ਇਹਦੀ ਬੁਝਾਉਣ ਦਾ ਤਾਂ ਕੋਈ ਚਾਂਸ ਲੱਗਦਾ ਨਹੀਂ ਸੀ ਬੁਝੂਗੀ, ਇੰਨੀ ਤੇਜ਼ ਸੀਗੀ ਕਿਉਂਕਿ ਅੰਦਰ ਹੋਰ ਵੀ ਕੁਝ ਆਵਾਜ਼ਾਂ ਆ ਰਹੀ ਜਿਵੇਂ ਕੁਝ ਪ੍ਰੋਪੇਨ ਸਿਲੰਡਰ ਲੀਕ ਹੋਏ ਹੁਣ। ਅੱਛਾ ਜੀ, ਬਲਾਸਟ ਦੀਆਂ ਆਵਾਜ਼ਾਂ ਸੀ? ਨਾ ਬਾਅਦ ਵਾਲਾ ਬਲਾਸਟ ਨਹੀਂ, ਬਾਅਦ ਚ ਇੱਕ ਤਰ੍ਹਾਂ ਜਿਸ ਤਰ੍ਹਾਂ ਕੁਝ ਲੀਕ ਨਹੀਂ ਹੁੰਦੇ, 에ਅਰ ਲੀਕ ਹੁੰਦੀ ਆ ਬਹੁਤ ਪ੍ਰੈਸ਼ਰ ਨਾਲ, ਇਸ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ 3 ਤੋਂ 4। ਓਕੇ। ਤੇ ਫਿਰ ਉਹਨਾਂ ਨੇ ਇਸ ਘਰ ਨੂੰ ਬਚਾਉਣ ਦੀ ਟਰਾਈ ਕੀਤੀ, ਜਿਹੜਾ ਨੈਕਸਟ ਰੈਂਚਰ ਸੀਗਾ, ਤੇ ਪਰ ਉਹ ਵੀ ਕਾਫੀ ਡੈਮੇਜ ਹੋ ਗਿਆ। ਤੇ ਫਿਰ ਆ ਕੇ ਮਤਲਬ ਪੁਲਿਸ ਜੋ ਉਹਨਾਂ ਨੇ ਐਫਰਟ ਕਰਨਾ ਸੀ ਆਪਦਾ ਕੀਤਾ, ਪਰ ਉਹ ਅੱਗ ਇੰਨੀ ਜ਼ਿਆਦਾ ਤੇਜ਼ ਸੀ ਇੱਥੇ ਟਰੀ ਨੂੰ ਵੀ ਲੱਗ ਗਈ ਸੀ ਅੱਗ। ਅੱਛਾ, ਹਾਂ, ਇੱਕ ਪੇੜ ਨੂੰ ਵੀ, ਦਰਖਤ ਨੂੰ ਵੀ ਇੱਕ ਨੂੰ ਲੱਗੀ ਸੀ। ਦਰਖਤ ਨੂੰ ਵੀ ਅੱਗ ਲੱਗੀ। ਅੱਛਾ ਜੀ। ਤੇ ਜਦੋਂ ਤੁਸੀਂ ਸਾਰੇ 2:30 ਵਜੇ ਦੇ ਕਰੀਬ ਤੁਹਾਨੂੰ ਆਵਾਜ਼ ਆਈ, ਉਦੋਂ ਆਵਾਜ਼ ਕਿੱਦਾਂ ਦੀ ਸੀ? ਉਹ ਵੀ ਤੇ ਲਾਈਕ ਜਿਸ ਤਰ੍ਹਾਂ ਤੁਸੀਂ ਕਹੋ ਵੀ ਜਿਸ ਤਰ੍ਹਾਂ ਰੂਮ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਹਨੇ ਆਪਣਾ ਕੋਈ ਮਤਲਬ ਬੇਸਮੈਂਟ ਵਾਲਾ ਡੋਰ ਬਹੁਤ ਜ਼ੋਰ ਨਾਲ ਬੰਦ ਕਰਦੇ ਆਪਾਂ ਅੰਦਰ ਜਿਵੇਂ ਹਿੱਲਦਾ ਤਰ੍ਹਾਂ ਘਰ। ਹਾਂ, ਓਕੇ। ਤੇ ਪਹਿਲਾਂ ਤਾਂ ਸੋਚਿਆ ਵੀ ਕੋਈ ਐਕਸੀਡੈਂਟ ਵਗੈਰਾ ਕਿਤੇ ਕਲੋਜ਼ ਬਾਏ ਹੋਇਆ ਵਾ, ਤੇ ਉਹ ਪਰ ਜਦੋਂ ਉਹ ਮੇਰੇ ਬੇਟੇ ਦਾ ਬੈਡਰੂਮ ਬੈਠਿਆ, ਉਹਨੂੰ ਪਿੱਛੋਂ ਲਾਈਟ ਦਿਸੀ ਵੀ ਅੱਗ ਦੀ ਲਾਈਟ ਆ, ਤਾਂ ਉਹ ਬਾਹਰ ਆਇਆ ਭੱਜ ਕੇ। ਤੇ ਫਿਰ ਇਹਨਾਂ ਨੂੰ ਜਗਾਇਆ, ਇਹ ਨੈਕਸਟ ਡੋਰ ਤੇ ਮੇਰੇ ਜਿਹੜੇ ਨੇਬਰ ਨੇ ਫਿਰ ਉਹਨਾਂ ਦਾ ਡੋਰ ਨੌਕ ਕੀਤਾ। ਉਹ ਵੀ ਨਜੀਰ ਸਾਹਿਬ ਰਹਿੰਦੇ ਆ, ਉਹਨਾਂ ਨੂੰ ਉਹ ਬਾਹਰ ਆਏ ਫਿਰ, ਮਤਲਬ ਕਿਉਂਕਿ ਅੱਗ ਹਵਾ ਇੱਧਰਲੀ ਕਰਕੇ ਇੱਧਰ ਨੂੰ ਜਾਣ ਦਾ, ਧੂੰਆਂ ਇੱਧਰ ਨੂੰ ਜਾ ਰਿਹਾ ਸੀ ਬਹੁਤ ਜ਼ਿਆਦਾ। ਤੇ ਉਹ ਜਿਹੜੀ ਆਹ
ਜਿਹੜੀ ਉਹਦੇ ਫਲੇਮ ਦੇ ਵਿੱਚੋਂ ਨਿਕਲ ਕੇ ਨਹੀਂ ਜਿਸ ਤਰ੍ਹਾਂ ਉਹ ਜਾਂਦੇ ਆ ਫਲੇਮ ਜੀ ਉੱਪਰ ਨੂੰ, ਹਾਂਜੀ ਉਹ ਤਾਂ ਅਰਾਊਂਡ ਲੱਟਾਂ ਉਹਦੀਆਂ ਜਾ ਰਹੀਆਂ ਸੀ ਜਿਹੜੇ ਉੱਪਰ। ਲਾਟਾਂ ਜੀ ਤੇ ਲਾਟਾਂ ਦੇ ਵਿੱਚੋਂ ਨਿਕਲ ਕੇ ਨਹੀਂ ਉਹ ਜਿਹੜੇ ਚੰਗਿਆੜੇ ਜਾਂਦੇ ਹੁੰਦੇ ਹਾਂਜੀ। ਉੱਪਰ ਨੂੰ, ਉਹ ਤਾਂ ਅਰਾਊਂਡ 100 ਫੀਟ ਤੱਕ ਉੱਪਰ ਸੀਗੀ ਚਲੇ ਗਏ ਸੀ। ਅੱਛਾ ਜੀ ਤੇ ਵੀ ਸਾਨੂੰ ਉਧਰ ਵੀ ਆਪਦੇ ਘਰਾਂ ਦਾ ਵੀ ਡਰ ਸੀਗਾ, ਫਿਰ ਹਾਂਜੀ ਸਾਰੇ ਬਿਲਕੁਲ ਬਾਹਰ ਨਿਕਲ ਗਏ ਬਾਹਰ। ਆ ਬਿਲਕੁਲ ਸਟਰੀਟ ਤੇ ਸਾਰੇ ਜਣੇ ਬਾਹਰ ਆ ਗਏ ਸੀ ਉਸ ਸਾਰੇ ਟਾਈਮ ਦੇ ਉੱਤੇ। ਸਾਰੇ ਬਾਹਰ ਆ ਗਏ ਸੀ, ਹਾਂਜੀ, ਸਾਰੇ ਬਾਹਰ ਆ ਗਏ ਸੀਗੇ ਜੀ। ਤੇ ਪਹਿਲਾਂ ਤੁਸੀਂ ਤਾਂ ਬਿਲਕੁਲ ਨੇਬਰ ਹੋ, ਪਹਿਲਾਂ ਇਸ ਘਰ ਦੇ ਵਿੱਚ ਕੋਈ ਹਲਚਲ ਕਿਸੇ ਤਰ੍ਹਾਂ ਦੀ ਕੁਝ ਪਹਿਲਾਂ, ਦੇਖੀ? ਹਾਂਜੀ ਪਹਿਲਾਂ ਨਾ ਇੱਥੇ ਇੱਕ ਵਾਰ ਤਾਂ ਉਹ ਜਿਵੇਂ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਵੀ ਰਹਦੇ ਸੀ ਇੱਕ ਵਾਰੀ, ਅੱਛਾ ਉਹ ਜੀ। ਕਾਫੀ ਗੱਡੀਆਂ ਖੜੀਆਂ ਰਹਿੰਦੀਆਂ, ਫਿਰ ਉਹ ਮੂਵ ਹੋ ਗਏ, ਫਿਰ ਹੁਣ ਉਹ ਜਿਸ ਤਰ੍ਹਾਂ ਕੁਛ ਲੋਕ ਮੈਂ ਆਈ ਡੋਨਟ ਵਾਂਟ ਟੂ ਯੂਜ਼ ਦਾ ਵਰਡ, ਠੀਕ ਹੈ ਮੈਂ ਸਮਝ ਗਈ। ਲੋਕ ਰਹਿੰਦੇ ਸੀ ਕਈ ਵਾਰ ਇੱਥੇ ਪੁਲਿਸ ਦੀ ਪ੍ਰੈਜ਼ੈਂਸ ਵੀ ਹੁੰਦੀ, ਪਰ ਹੁਣ ਥੋੜਾ ਦੇਰ ਪਹਿਲਾਂ ਹੀ ਮਤਲਬ ਮੈਂ ਨਹੀਂ ਨੋਟ ਕੀਤਾ, ਪਰ ਮੇਰੀ ਫੈਮਿਲੀ ਜਾਂ ਨੇਬਰ ਮੇਰੇ ਦੱਸਦੇ ਸੀ ਕਿ ਵੀ ਸਿਟੀ ਵਾਲੇ ਆ ਕੇ ਕਲੀਨਅਪ ਵੀ ਕਰਾ ਕੇ ਤੇ ਉਹਨੂੰ ਪਲਾਈਵੁੱਡ ਲਗਾ ਕੇ ਉਹਨੂੰ ਬੰਦ ਕਰ ਗਏ। ਮਿਨੀ ਹੀਟ ਵੇਵ ਇਸ ਹਫਤੇ ਦੇ ਅੰਤ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ ਆਉਣ ਵਾਲੀ ਹੈ। ਲੋਅਰ ਮੇਨਲੈਂਡ ਦੇ ਆਲੇ ਦੁਆਲੇ ਗਰਮੀ ਵਧਣ ਵਾਲੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਘੱਟੋ ਘੱਟ 30 ਡਿਗਰੀ ਤੱਕ ਵੱਧ ਜਾਏਗਾ। ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਹੋ। ਸ਼ਨੀਵਾਰ ਤੋਂ ਗਰਮੀ ਸ਼ੁਰੂ ਹੋ ਰਹੀ ਹੈ, ਜਿਸ ਕਰਕੇ ਕੁਝ ਹੀ ਸਮੇਂ ਦੇ ਵਿੱਚ 에ਅਰ ਕੰਡੀਸ਼ਨਰ ਜਿਹੜੇ ਨੇ ਉਹ ਲਗਾਉਣੇ ਪੈ ਸਕਦੇ ਨੇ। ਗਰਮੀ ਦਾ ਸਿਖਰ ਐਤਵਾਰ ਤੇ ਸੋਮਵਾਰ ਨੂੰ ਆਵੇਗਾ। ਮੰਗਲਵਾਰ ਤੱਕ ਲੋਅਰ ਮੇਨਲੈਂਡ ਦੇ ਕੁਝ ਹਿੱਸਿਆਂ ਦੇ ਲਈ 30 ਡਿਗਰੀ ਤੋਂ ਵੱਧ ਤਾਪਮਾਨ ਦੇਖਣ ਦੀ ਸਮਰੱਥ ਹੈ। ਤੁਹਾਡੇ ਕੋਲ ਅਜੇ ਵੀ ਇੱਕ ਪੱਖਾ ਲੈਣ ਦਾ ਸਮਾਂ ਜਾਂ ਆਕਰਸ਼ਕ ਤੌਰ ਦੇ ਉੱਤੇ ਇੱਕ 에ਅਰ ਕੰਡੀਸ਼ਨਰ ਤੁਸੀਂ ਖਰੀਦੋ ਜੋ ਕਿ ਗਰਮੀਆਂ ਤੋਂ ਤੁਹਾਨੂੰ ਰਾਹਤ ਦਿਵਾਵੇਗਾ। ਕਈ ਸੰਸਥਾਵਾਂ ਕੂਲਿੰਗ ਸੈਂਟਰ ਖੋਲ੍ਹਣ ਤੇ ਵੀ ਧਿਆਨ ਦੇ ਰਹੀਆਂ ਨੇ। ਨਾਲ ਹੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਸੂਰਜ ਦੀ ਗਰਮੀ ਦੇ ਵਿੱਚ ਹੁੰਦੇ ਹੋ ਤਾਂ ਬਹੁਤ ਸਾਰਾ ਪਾਣੀ ਪੀਓ, ਨਾ ਕਿ ਅਲਕੋਹਲ। ਗੈਂਗ ਤੇ ਗਨ ਹਿੰਸਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਨੌਜਵਾਨ ਛੋਟੀ ਉਮਰ ਦੇ। ਜਿਹੜੇ ਇੰਡੀਕੇਸ਼ਨ ਨੇ ਉਹ ਕਿਹੜੇ ਹੋ ਸਕਦੇ ਨੇ ਕਿ ਇਹ ਨੌਜਵਾਨ ਗੈਂਗ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਪੰਜਾਬੀ ਨੌਜਵਾਨ ਗੈਂਗ ਵੱਲ ਖਾਸ ਤੌਰ ਦੇ ਉੱਤੇ ਜ਼ਿਆਦਾ ਕਿਉਂ ਵੱਧਦੇ ਨੇ? ਆਓ ਜਾਣਦੇ ਹਾਂ ਗੈਂਗ ਹਿੰਸਾ ਨੂੰ ਖਤਮ ਕਰਨ ਦੇ ਲਈ ਮਿਹਨਤ ਨਾਲ ਕੰਮ ਕਰਨ ਵਾਲੇ ਸਰੀ ਪੁਲਿਸ ਕਾਂਸਟੇਬਲ ਜੈ ਖੋਸਾ ਤੋਂ। ਫੈਡਰਲ ਸਰਕਾਰ ਦੇ ਵੱਲੋਂ ਐਲਾਨੀ ਗਈ 390 ਮਿਲੀਅਨ ਦੀ ਜਿਹੜੀ ਫੰਡਿੰਗ ਹੈ ਉਹਨੂੰ ਇਸਤੇਮਾਲ ਕੀਤਾ ਜਾਣਾ ਹੈ ਗੈਂਗ ਹਿੰਸਾ ਤੇ ਗਨ ਹਿੰਸਾ ਨੂੰ ਰੋਕਣ ਦੇ ਲਈ। ਉਹਦੇ ਵਿੱਚੋਂ 54 ਮਿਲੀਅਨ ਡਾਲਰ ਜਿਹੜੇ ਨੇ ਉਹ ਕਹੇ ਜਾ ਰਹੇ ਨੇ ਕਿ BC ਨੂੰ ਦਿੱਤੇ ਜਾਣਗੇ। ਲੋਅਰ ਮੇਨਲੈਂਡ ਦਾ ਜਿਵੇਂ ਦਾ ਹਾਲ ਹੈ, ਕੀ ਇਹ ਫੰਡ ਸਫੀਸ਼ੀਐਂਟ ਹੈ ਔਰ ਕੀ ਇਹ ਫੰਡ ਹੀ ਇਹਨਾਂ ਜਿਹੜੀਆਂ ਹਿੰਸਾ ਨੂੰ ਰੋਕ ਪਾਣਗੇ? ਇਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਸਰਜਨ ਜੈ ਖੋਸਾ ਜੀ ਸਰੀ ਪੁਲਿਸ ਦੇ ਵੱਲੋਂ ਮੌਜੂਦ ਨੇ ਔਰ ਖਾਸ ਕਰਕੇ ਜੈ ਖੋਸਾ ਜੀ ਨੇ ਬਹੁਤ ਦੇਰ ਇਸੇ ਹੀ ਵਿਭਾਗ ਦੇ ਵਿੱਚ ਕੰਮ ਵੀ ਕੀਤਾ ਹੈ। ਜੈ ਖੋਸਾ ਜੀ, ਤੁਹਾਡੇ ਐਕਸਪੀਰੀਅੰਸ ਤੋਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਫੰਡ ਦੀ ਇੱਥੇ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਫੰਡ ਜਾਰੀ ਕੀਤਾ ਗਿਆ, ਸਿਰਫ ਇਹ ਫੰਡ ਰੋਕ ਪਾਏਗਾ ਇਹਨਾਂ ਘਟਨਾਵਾਂ ਨੂੰ? ਨਹੀਂ ਜੀ, ਇਕੱਲੀ ਫੰਡਿੰਗ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦੀ, ਪਰ ਇਹ ਹੈ ਕਿ ਇਹ ਸਹਾਈ ਹੁੰਦੀ ਹੈ ਉਹਨਾਂ ਰਿਸੋਰਸਿਸ ਲਈ ਜਿਹੜੇ ਰੋਕਥਾਮ ਕਰ ਸਕਦੇ ਆ। ਸੋ ਗਵਰਨਮੈਂਟ ਦਾ ਕੰਮ ਹੁੰਦਾ ਕਿ ਦੇ ਪ੍ਰੋਵਾਈਡ ਰਿਸੋਰਸਿਸ। ਜਿਵੇਂ ਫੰਡਿੰਗ ਉਹਨਾਂ ਨੇ ਦਿੱਤੀ, ਕਿਸੇ ਵੀ ਏਜੰਸੀ ਨੇ ਜਿਹਨੇ ਐਂਟੀ ਗੈਂਗ ਕੰਮ ਕਰਨਾ ਹੈਗਾ ਜਾਂ ਪ੍ਰੀਵੈਂਸ਼ਨ 'ਤੇ ਕੰਮ ਕਰਨਾ, ਇਟ ਰਿਕੁਆਇਰਸ ਮਨੀ, ਇਟ ਰਿਕੁਆਇਰਸ ਰਿਸੋਰਸਿਸ, ਅਤੇ ਉਹਨਾਂ ਰਿਸੋਰਸਿਸ ਲਈ ਇਹ ਮਨੀ ਜਿਹੜੀ ਸਹਾਈ ਹੋਊਗੀ। ਹੁਣ ਕਿਹਾ ਇਹ ਵੀ ਜਾ ਰਿਹਾ ਕਿ BC ਨੂੰ ਜਿਹੜੇ ਆ 54 ਮਿਲੀਅਨ ਡਾਲਰ ਜਿਹੜੇ ਨੇ ਉਹ ਦਿੱਤੇ ਜਾਣਗੇ। ਕੁਝ ਸੰਸਥਾਵਾਂ ਨੇ ਸਵਾਲ ਚੁੱਕਿਆ, ਉਹਨਾਂ ਦਾ ਕਹਿਣਾ ਕਿ ਸਰਕਾਰ ਟੂ ਸਰਕਾਰ ਫੰਡਿੰਗ ਤਾਂ ਦੇ ਦਿੱਤੀ ਜਾਂਦੀ ਹੈ ਗੈਂਗ ਹਿੰਸਾ ਨੂੰ ਰੋਕਣ ਦੇ ਲਈ ਜਾਂ ਫਿਰ ਗਨ ਵਾਇਲੈਂਸ ਨੂੰ ਰੋਕਣ ਦੇ ਲਈ, ਪਰ ਉਹਨਾਂ ਦਾ ਇਹ ਮੰਨਣਾ ਕਿ ਸੰਸਥਾਵਾਂ ਨੂੰ ਫੰਡਿੰਗ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਨਵੇਂ ਪ੍ਰੋਗਰਾਮ ਲਿਆਂਦੇ ਜਾ ਸਕਣ, ਕੋਈ ਸਿਖਲਾਈ ਦਿੱਤੀ ਜਾ ਸਕੇ, ਜਿਹੜੇ ਨੌਜਵਾਨ ਕੁਰਾਹੇ ਪੈ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਕੁਝ ਕਰ ਸਕੀਏ। ਦੇਖੋ, ਮੈਂ ਆਈ ਕੈਨ ਕਮੈਂਟ ਔਨ ਵੀ ਕਿਹਨੂੰ ਦਿੱਤੀ ਜਾਣੀ ਚਾਹੀਦੀ ਹੈ, ਪਰ ਅਗੇਨ ਜਿਹੜਾ ਇਹ ਗੁੱਡ ਸਟੈਪ ਹੈਗਾ। ਸੁਣ 'ਚ ਆਇਆ ਕਿ ਪਹਿਲਾਂ ਨਾਲੋਂ ਜ਼ਿਆਦਾ ਫੰਡਿੰਗ ਮਿਲੀ ਹੈ। ਅਤੇ ਜੇ ਆਪਾਂ ਗੈਂਗ ਹਿੰਸਾ ਦੀ ਵੀ ਗੱਲ ਕਰੀਏ, ਪਹਿਲਾਂ ਆਪਾਂ ਇਹਨੂੰ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਦਾ ਨਾਮ ਦਿੰਦੇ ਸੀਗੇ। ਸੋ ਮੇਰੀ ਪਿਛਲੀ ਜੌਬ ਦੇ ਵਿੱਚ ਆਈ ਯੂਜ਼ ਟੂ ਲੀਡ ਅ ਟੀਮ ਜਿਹੜੀ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਰਿਸਪੌਂਸ ਟੀਮ ਜਿਹੜੀ ਮੈਂ ਲੀਡ ਕਰਦਾ ਸੀਗਾ, ਔਰ ਹੁਣ ਉਹਦਾ ਨਾਮ ਬਦਲ ਕੇ BC ਗੈਂਗ ਕੌਨਫਲਿਕਟ ਕਿਹਾ ਜਾਂਦਾ ਇਹਨੂੰ, ਕਿਉਂਕਿ ਉਹ ਕੌਨਫਲਿਕਟ ਜਿਹੜੇ ਆ ਦੂਸਰੇ ਏਰੀਆਜ਼ ਦੇ ਵਿੱਚ ਵੀ ਚਲੇ ਗਏ ਆ, ਇੱਥੋਂ ਤੱਕ ਕਿ ਦੂਸਰੇ ਸੂਬਿਆਂ ਦੇ ਵਿੱਚ ਵੀ ਚਲੇ ਜਾਂਦੇ ਆ। ਸੋ ਇਹ ਫੰਡਿੰਗ ਉਸ ਚੀਜ਼ ਲਈ ਸਹਾਈ ਜ਼ਰੂਰ ਹੋਊਗੀ, ਪਰ ਦੈਨ ਅਗੇਨ ਅਕਾਊਂਟੇਬਿਲਿਟੀ ਵੀ ਚਾਹੀਦੀ ਆ। ਕੋਈ ਵੀ ਰਿਸੀਵਰ ਹੋਵੇ ਇਸ ਫੰਡਿੰਗ ਦਾ, ਚਾਹੇ ਉਹ ਆਰਗੇਨਾਈਜੇਸ਼ਨਸ ਹੋਣ, ਚਾਹੇ ਗਵਰਨਮੈਂਟ ਏਜੰਸੀਜ਼ ਹੋਣ, ਕੁਛ ਵੀ ਹੋਵੇ, ਇੱਕ ਸਾਨੂੰ ਕੋਈ ਸਿਸਟਮ ਤਾਂ ਕ੍ਰੀਏਟ ਕਰਨਾ ਪੈਣਾ ਨਾ ਕਿ ਅਸੀਂ ਇੰਨੇ ਫੰਡ ਲਏ, ਉਹਨਾਂ ਦਾ ਅਸੀਂ ਕੀ ਕੀਤਾ ਅਤੇ ਉਹਦੇ ਰਿਜ਼ਲਟ ਕੀ ਹੈਗੇ ਆ, ਔਰ ਉਹ ਰਿਜ਼ਲਟ ਜਨਤਕ ਕੀਤੇ ਜਾਣ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਜਿਹੜੀ ਰਿਸਪੌਂਸੀਬਿਲਿਟੀ ਉਹਨਾਂ 'ਤੇ ਵੀ ਪਊਗੀ ਜਿਹੜੇ ਇਹ ਫੰਡਸ ਨੂੰ ਲੈਣਗੇ, ਕਿਉਂਕਿ ਅਲਟੀਮੇਟਲੀ ਟੈਕਸ ਪੇਅਰਸ ਮਨੀ, ਅਤੇ ਆਪਾਂ ਵੀ ਆਈ ਲਿਵ ਹੇਅਰ, ਮੇਰੇ ਵੀ ਵੀ ਪੇ ਟੈਕਸਿਸ ਟੂ। ਸੋ ਇਹ ਹੁੰਦਾ ਕਿ ਅਕਾਊਂਟੇਬਿਲਿਟੀ ਹੈਜ਼ ਟੂ ਬੀ ਦੇਅਰ, ਰਿਜ਼ਲਟਸ ਸ਼ੁੱਡ ਬੀ ਦੇਅਰ, ਅਤੇ ਕੋਈ ਮੈਜਰਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤੀਆਂ ਏਜੰਸੀਜ਼ ਪ੍ਰੀਵੈਂਸ਼ਨ 'ਤੇ ਕੰਮ ਇਸ ਲਈ ਨਹੀਂ ਕਰਦੀਆਂ ਕਿ ਇਟਸ ਹਾਰਡ ਟੂ ਮੈਜਰ, ਕਿਉਂਕਿ ਇਹਦੇ ਇੱਕਦਮ ਰਿਜ਼ਲਟ ਨਹੀਂ ਆਉਂਦੇ। ਸੋ ਤੁਸੀਂ ਅੱਜ ਉਹ ਬੀਜਿਆ 10 ਸਾਲਾਂ ਨੂੰ ਤੁਸੀਂ ਉਹਦੇ ਫਰੂਟ ਰੀਪ ਕਰਨੇ, ਅਤੇ ਕਈ ਵਾਰੀ ਸਾਨੂੰ ਹੁੰਦਾ ਕਿ ਅਸੀਂ ਉਹ ਕੰਮ ਕਰੀਏ ਜੇ ਹੁਣ ਜੇ ਇਨਫੋਰਸਮੈਂਟ 'ਚ ਤੁਸੀਂ ਪੈਸਾ ਲਾਉਂਦੇ ਆ,
ਤੁਸੀਂ ਕਾਰ ਰੋਕੀ, 2 ਪਿਸਤੌਲ ਫੜ ਲਏ, ਯੂ ਕੈਨ ਈਜ਼ੀਲੀ ਸ਼ੋ ਕਿ ਅਸੀਂ ਆਹ ਜਿਹੜੇ 2 ਇਲੀਗਲ ਹਥਿਆਰ ਹੈਗੇ ਆ ਇਹ ਸਟਰੀਟਸ ਤੋਂ ਕੱਢ ਲਏ ਬਾਹਰ। ਪਰ ਜਿਹੜਾ ਪ੍ਰੀਵੈਂਸ਼ਨ ਦਾ ਕੰਮ ਇਹ ਲੰਮੇ ਸਮੇਂ ਲਈ ਚੱਲਣਾ ਪੈਂਦਾ, ਇਹਦੇ 'ਚ ਪੇਸ਼ੈਂਸ ਚਾਹੀਦੀ ਹੈ, ਪਰ ਦੈਨ ਅਗੇਨ ਵੀ ਹੈਵ ਟੂ ਕ੍ਰੀਏਟ ਅ ਸਿਸਟਮ। ਜੈ ਖੋਸਾ ਜੀ, ਇੱਕ ਚੀਜ਼ ਹੋਰ ਹੈ, ਇਸ ਰਿਪੋਰਟ ਨੂੰ ਜਦੋਂ ਪੜ੍ਹਿਆ ਜਾ ਰਿਹਾ ਸੀ ਤਾਂ ਉਹਦੇ ਵਿੱਚ ਸੰਸਥਾਵਾਂ ਨੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ, ਕਹਿੰਦੇ ਜਦੋਂ ਗਰਮੀਆਂ ਆਉਂਦੀਆਂ ਨੇ, ਸਮਰ ਆਉਂਦਾ ਹੈ ਤਾਂ ਉਦੋਂ ਜਿਹੜੀਆਂ ਨੇ ਇਹ ਗੈਂਗ ਵਾਇਲੈਂਸ ਜਿਹੜੀਆਂ ਹੁੰਦੀਆਂ ਨੇ ਹੋਰ ਵੀ ਜ਼ਿਆਦਾ ਐਕਟਿਵ ਹੋ ਜਾਂਦੀਆਂ ਨੇ। ਇਹ ਦੇਖੋ ਦਿਨ 'ਚ ਘੰਟੇ ਵੱਧ ਜਾਂਦੇ ਆ ਜੇ ਆਪਾਂ ਡੇ ਲਾਈਟਸ ਇਹ ਕਹਿ ਲਓ ਹੈ ਨਾ। ਦੂਸਰਾ ਲੋਕ ਬਾਹਰ ਹੁੰਦੇ ਆ, ਐਕਟਿਵ ਹੁੰਦੇ ਆ, ਕੁਛ ਚੀਜ਼ਾਂ 'ਤੇ ਫ਼ਰਕ ਪੈਂਦਾ। ਪਰ ਸਿਰਫ ਇਹ ਕਹਿ ਦੇਣਾ ਕਿ ਗੈਂਗ ਹਿੰਸਾ ਸਿਰਫ ਸਮਰ ਦੇ ਵਿੱਚ ਵੱਧਦੀ ਹੈ, ਮੈਂ ਇਸ ਤਰ੍ਹਾਂ ਨਹੀਂ ਦੇਖਿਆ। ਪਰ ਇਹਨੂੰ ਇੰਟੈਲੀਜੈਂਸ ਲੈਡ ਪੁਲਿਸਿੰਗ ਵੀ ਕਿਹਾ ਜਾਂਦਾ। ਸੋ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਸੀ, ਵੀ ਯੂਜ਼ ਟੂ ਟੇਕ ਦਾ ਡੇਟਾ ਵੀ ਜਿੰਨੇ 5 ਸਾਲਾਂ ਸ਼ੂਟਿੰਗਸ ਹੋਈਆਂ, ਕਿਹੜੇ ਏਰੀਆਜ਼ ਜ਼ਿਆਦਾ ਹੁੰਦੀਆਂ, ਕਿਹੜੇ ਮਹੀਨਿਆਂ 'ਚ ਜ਼ਿਆਦਾ ਹੁੰਦੀਆਂ। ਪਰ ਉਹ ਡੈਫੀਨਿਟਿਵਲੀ ਕਹਿਣਾ ਬਹੁਤ ਔਖਾ ਹੁੰਦਾ, ਕਿਉਂਕਿ ਗੈਂਗ ਕੌਨਫਲਿਕਟ ਕਿਸੇ ਇੱਕ ਏਰੀਏ ਦੇ ਥੱਲੇ ਨਹੀਂ ਹੁੰਦੇ। ਅੱਜ ਇੱਥੇ ਹੋ ਰਿਹਾ, ਕੱਲ੍ਹ ਨੂੰ ਕਿਤੇ ਹੋਰ ਹੋ ਸਕਦਾ, ਉਹਦੇ ਰੀਜ਼ਨਸ ਡਿਫਰੈਂਟ ਹੋ ਸਕਦੇ ਆ। ਸੋ ਆਈ ਕੈਨ ਸੇ ਫॉर ਸ਼ੋਰ ਵੀ ਇਹ ਕੁਛ ਮਹੀਨਿਆਂ ਨੂੰ ਆਪਾਂ ਟਾਈ ਕਰਕੇ ਰੱਖ ਲਈਏ ਕਿ ਇੱਥੇ ਗੈਂਗ ਕੌਨਫਲਿਕਟ ਹੋਣਾ ਜਾਂ ਵਿੰਟਰ 'ਚ ਨਹੀਂ ਹੋਣਾ। ਜੈ ਖੋਸਾ ਜੀ, ਇੱਕ ਹੁੰਦਾ ਕਿ ਗਰੁੱਪਸ ਦੀ ਗੱਲ ਕੀਤੀ ਜਾਂਦੀ ਹੈ, ਇਸ ਵੇਲੇ ਤੁਹਾਡੇ ਨਜ਼ਰੀਏ ਦੇ ਨਾਲ ਕਿੰਨੇ ਕੁ ਗਰੁੱਪ ਨੇ? ਜਦੋਂ ਦਾ ਤੁਸੀਂ ਵੀ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ, ਕਿੰਨੇ ਗਰੁੱਪ? ਪਰ ਇੱਕ ਇਹ ਦੇਖਣ ਵਾਲੀ ਕਿ ਅਲਾਰਮਿੰਗ ਗੱਲ ਹੈ ਕਿ ਛੋਟੀ ਉਮਰ ਦੇ ਬੱਚੇ ਇੱਧਰ ਜਾ ਰਹੇ ਆ। 17 18 ਸਾਲਾਂ ਦੇ ਸ਼ੂਟਰ ਬਣੇ ਹੋਏ ਆ, ਜਾਂ ਜਿਹੜੇ 7ਵੀਂ 8ਵੀਂ ਗ੍ਰੇਡ ਦੇ ਬੱਚੇ ਉਹ ਡਰੱਗ ਤਸਕਰੀ 'ਚ ਪੈ ਗਏ ਆ ਸਟਰੀਟ ਲੈਵਲ ਦੀ 'ਚ। ਸੋ ਦੈਟ ਇਜ਼ ਦਾ ਅਲਾਰਮਿੰਗ ਫਿਗਰ ਜਿਹੜੀ ਮੈਨੂੰ ਲੱਗਦਾ ਹੁੰਦਾ ਕਿ ਫੋਕਸ ਕਰਨ ਦੀ ਲੋੜ ਹੈ ਕਿ ਉਮਰ ਘਟਦੀ ਜਾਂਦੀ ਇਹਨਾਂ ਦੀ। ਤੇ ਜੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਆਪਣੀ ਪੋਪੂਲੇਸ਼ਨ ਦੇ ਰੇਸ਼ੋ ਦੇ ਹਿਸਾਬ ਨਾਲ ਸਾਡੀ ਸ਼ਮੂਲੀਅਤ ਜ਼ਿਆਦਾ ਹੈ ਗੈਂਗਸ ਦੇ ਵਿੱਚ। ਪਰ ਆਪਾਂ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਕਿੰਨੇ ਜ਼ਿਆਦਾ ਬੱਚੇ ਆਪਣੇ ਬਹੁਤ ਪੋਜ਼ਿਟਿਵ ਕੰਮ ਕਰ ਰਹੇ ਆ। ਸੋ ਅਨਫੋਰਚੂਨੇਟਲੀ ਹਾਈਲਾਈਟ ਸਿਰਫ ਉਹੀ ਹੁੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ। I think that's also something we need to look at. ਪੰਜਾਬੀਆਂ ਦਾ ਜ਼ਿਕਰ ਕੀਤਾ ਵੀ ਪੰਜਾਬੀ ਬੱਚੇ ਵੀ ਛੋਟੀ ਉਮਰ ਦੇ ਜਿਹੜੇ ਨੇ ਨੌਜਵਾਨ ਟੀਨੇਜਰ, ਉਹ ਵੀ ਬਹੁਤ ਜ਼ਿਆਦਾ ਜਿਹੜੇ ਨੇ ਅਟਰੈਕਟ ਹੁੰਦੇ ਨੇ, ਉਹ ਵੀ ਗੈਂਗਾਂ ਦਾ ਹਿੱਸਾ ਬਣਦੇ ਜਾ ਰਹੇ ਨੇ। ਜੈ ਖੋਸਾ ਜੀ, ਤੁਹਾਨੂੰ ਲੱਗਦਾ ਵੀ ਇਹਦੇ ਲਈ ਕੋਈ ਅਜਿਹੇ ਕਦਮ ਚੁੱਕਣ ਦੀ ਲੋੜ ਹੈਗੀ ਹੈ? ਨੋ ਡਾਊਟ ਇਹਦੇ 'ਚ ਨਾ ਸਿਰਫ ਪੁਲਿਸ ਕੁਛ ਕਰ ਸਕਦੀ ਹੈ, ਨਾ ਸਿਰਫ ਸਰਕਾਰਾਂ ਕੁਛ ਕਰ ਸਕਦੀਆਂ, ਬਲਕਿ ਇਹਦੇ ਵਿੱਚ ਪੂਰੀ ਕਮਿਊਨਿਟੀ ਨੂੰ ਵੀ ਮਿਲ ਕੇ ਜਿਹੜਾ ਉਹ ਰੋਲ ਨਿਭਾਉਣਾ ਪੈਣਾ। ਪਰ ਇਹ ਜਿਹੜੀ ਚਿੰਤਾ ਵੱਧਦੀ ਜਾ ਰਹੀ ਹੈ, ਪੋਪੂਲੇਸ਼ਨ ਇੰਨੀ ਜ਼ਿਆਦਾ ਸਰੀ ਦੇ ਵਿੱਚ ਹੋ ਰਹੀ ਹੈ, ਲੋਅਰ ਮੇਨਲੈਂਡ ਦੇ ਵਿੱਚ ਹੋ ਰਹੀ ਹੈ, ਪੰਜਾਬੀ ਪਰਿਵਾਰ ਇੰਨੇ ਆ ਰਹੇ ਨੇ, ਪੰਜਾਬੀ ਬੱਚੇ ਆ ਰਹੇ ਨੇ, ਸੋ ਇਹ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ? ਤੁਹਾਡਾ ਨਜ਼ਰੀਆ ਇਸ 'ਤੇ ਕੀ ਹੈ? ਦੇਖੋ, ਮੈਨੂੰ ਇਸ ਗੱਲ 'ਤੇ ਹੈਰਾਨੀ ਹੁੰਦੀ ਵੀ ਚਿੰਤਾ ਉਦੋਂ ਹੀ ਕਿਉਂ ਵੱਧਦੀ ਹੈ ਜਦੋਂ ਕੋਈ ਸ਼ਹਿਰ 'ਚ ਗੋਲੀ ਚੱਲਦੀ ਹੈ। ਵਾਈ ਆਰਨਟ ਵੀ ਟਾਕਿੰਗ ਅਬਾਊਟ ਥੀਸ ਥਿੰਗਸ ਰੈਗੂਲਰਲੀ? ਪੁਰਾਣੀ ਕਹਾਵਤ ਹੁੰਦੀ ਸੀ ਕਿ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ। ਉਹ ਅੱਜ ਵੀ ਸਹੀ ਆ। ਤੇ ਜਦੋਂ ਆਪਾਂ ਕਹਿੰਦੇ ਇਟਸ ਨਾਟ ਅ ਪੁਲਿਸਿੰਗ ਇਸ਼ੂ ਓਨਲੀ, ਨਾ ਹੀ ਇਹ ਇਕੱਲਾ ਪੇਰੈਂਟਿੰਗ ਇਸ਼ੂ ਆ, ਨਾ ਹੀ ਇਹ ਕਮਿਊਨਿਟੀ ਇਸ਼ੂ ਆ, ਇਟਸ ਅ ਪਬਲਿਕ ਸੇਫਟੀ ਇਸ਼ੂ। ਜੇ ਕਿਤੇ ਵੀ ਸ਼ਹਿਰ 'ਚ ਗੋਲੀ ਚੱਲਦੀ ਆ, ਤੁਹਾਡੇ ਸ਼ਹਿਰ ਦੀ ਮਾਨਸਿਕਤਾ 'ਤੇ ਫਰਕ ਪੈਂਦਾ, ਉਹਦੀ ਵੈਲਨੈਸ 'ਤੇ ਫਰਕ ਪੈਂਦਾ। ਤੁਸੀਂ ਆਪਣੇ ਬੱਚੇ ਕਹਿੰਦੇ ਯਾਰ ਪਾਰਕ 'ਚ ਇਕੱਲੇ ਨਾ ਜਾਇਓ। ਸੋ ਇਹਨੂੰ ਆਪਾਂ ਕਹਿ ਤਾਂ ਦਿੰਦੇ ਟਾਰਗੇਟਡ ਸ਼ੂਟਿੰਗ, ਤੇ ਪਬਲਿਕ ਇਜ਼ ਨਾਟ ਐਟ ਰਿਸਕ। ਉਹ ਠੀਕ ਹੈ ਕਿ ਉਹ ਸ਼ੂਟਰ ਜਿਹੜਾ ਉਹ ਇੱਕ ਬੰਦੇ ਨੂੰ ਟਾਰਗੇਟ ਕਰਨਾ ਐਸੀ ਕਰਕੇ ਚਲਾ ਗਿਆ, ਪਰ ਵਾਟ ਅਬਾਊਟ ਕਮਿਊਨਿਟੀ ਵੈਲਨੈਸ? ਸੋ ਪਬਲਿਕ ਇਜ਼ ਆਲਵੇਜ਼ ਐਟ ਰਿਸਕ ਆਫ ਦੈਟ ਪੈਰਾਨੋਇਆ, ਜਿਹੜਾ ਫੀਅਰ ਜਾਂ ਡਰ ਦੀ ਭਾਵਨਾ ਬਣਦੀ ਹੈਗੀ ਹੈ। ਆਈ ਥਿੰਕ ਆਨਸਰ ਉਹੀ ਹੈਗੇ ਆ, ਪਰ ਇਹ ਗੱਲਾਂ ਸਿਰਫ ਉਦੋਂ ਹੁੰਦੀਆਂ ਜਦੋਂ ਕੋਈ ਘਟਨਾ ਵਾਪਰਦੀ ਹੈ। ਕਮਿਊਨਿਟੀ ਅਤੇ ਪੁਲਿਸ ਨੂੰ ਇੱਕ ਤਾਂ ਵੱਖਰੀ ਦੇਖਣਾ ਨਹੀਂ ਚਾਹੀਦਾ। ਵੀ ਆਰ ਆਲ ਪਾਰਟ ਐਂਡ ਪਾਰਸਲ ਆਫ ਦ ਸੇਮ ਥਿੰਗ। ਅਤੇ ਬੱਚਿਆਂ ਨੂੰ ਆਪਾਂ ਇੰਨੇ ਪੋਜ਼ੀਟਿਵ ਤਰੀਕੇ ਨਾਲ ਸਰਾਊਂਡ ਕਰੀਏ ਕਿ ਘਰ ਤੋਂ ਲੈ ਕੇ ਸਕੂਲ ਤੋਂ ਪਾਰਕ ਚੋਂ ਸਪੋਰਟਸ ਕੰਪਲੈਕਸ ਤੱਕ ਬੱਚਿਆਂ ਨੂੰ ਸੇਮ ਮੈਸੇਜਿੰਗ ਮਿਲੇ। ਸੋ ਜਿਹੜੇ ਕੋਚ ਹੋਣ ਉਹ ਵੀ ਟ੍ਰੇਨਡ ਹੋਣ, ਪੇਰੈਂਟਸ ਨੂੰ ਵੀ ਪ੍ਰੋਪਰ ਵਰਕਸ਼ਾਪਸ ਹੋਣ ਕਿ ਕਿਹੜੇ ਇੰਡੀਕੇਸ਼ਨਸ ਹੈਗੇ ਆ ਜਿਹੜੇ ਬੱਚਾ ਲੱਗਦਾ ਕਿ ਬੱਚਾ ਗਲਤ ਜਾ ਰਿਹਾ। ਸੋ ਵੀ ਨੀਡ ਟੂ ਕੈਚ ਦਮ ਅਰਲੀ, ਇਸ ਤੋਂ ਪਹਿਲਾਂ ਕਿ ਉੱਧਰ ਨੂੰ ਚਲੇ ਜਾਣ। ਜਿਹੜੇ ਚਲੇ ਗਏ ਆ, ਆਪਾਂ ਬਲੇਮ ਤੋਂ ਪਾਸੇ ਹੋਈਏ। ਮੈਂ 10 ਸਾਲ ਤੋਂ ਇਹੀ ਗੱਲ ਕਰ ਰਿਹਾ ਕਿ ਬਲੇਮ ਤੋਂ ਪਾਸੇ ਹੋਈਏ ਆਪਾਂ। ਜਿਨ੍ਹਾਂ ਦੇ ਘਰ ਉੱਜੜ ਗਏ, ਲੈਟਸ ਸਪੋਰਟ ਦੈਮ। ਅਤੇ ਸ਼ਾਇਦ ਫਿਰ ਉਹ ਵੀ ਹੌਸਲਾ ਕਰਕੇ ਬਾਹਰ ਆ ਕੇ ਗੱਲਾਂ ਦੱਸਣਗੇ, ਕਰਨਗੇ ਪਬਲਿਕ ਨਾਲ ਓਪਨਲੀ ਵੀ ਸਾਡੇ ਤੋਂ ਸ਼ਾਇਦ ਇੱਥੇ ਗਲਤੀ ਕੋਈ ਹੋ ਗਈ ਹੋਵੇ ਅਣਜਾਣੇ 'ਚ। ਇਹ ਨਹੀਂ ਕਿ ਕੋਈ ਪੇਰੈਂਟ ਚਾਹੁੰਦਾ ਵੀ ਮੇਰਾ ਬੱਚਾ ਗੈਂਗ ਚਲਾ ਜਾਵੇ, ਪਰ ਜਿਨ੍ਹਾਂ ਦੇ ਨੁਕਸਾਨ ਹੋ ਗਏ ਆ, ਵੀ ਨੀਡ ਟੂ ਸਟੈਂਡ ਵਿਦ ਦੈਮ। ਸੋ ਇੱਕ ਤਾਂ ਇਹ ਚੀਜ਼ ਹੋ ਗਈ। ਦੂਸਰੀ ਜਿਹੜੀ ਇੰਡੀਕੇਸ਼ਨ ਦੀ ਗੱਲ ਕਰਦੇ ਕਿ ਕਿਹੜੇ ਇਹੋ ਜਿਹੀ ਚੀਜ਼ਾਂ ਹੈਗੀਆਂ ਜਿਹੜੇ ਪੇਰੈਂਟਸ ਨੂੰ ਪਤਾ ਲੱਗਣ। ਬੱਚੇ ਦੇ ਸੁਭਾਅ ਦਾ 3 4 ਗ੍ਰੇਡ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਅਤੇ ਉਦੋਂ ਤੁਹਾਡੇ ਸਕੂਲ ਨਾਲ ਕਿੰਨੇ ਕੁ ਚੰਗੇ ਤਾਲੁਕਾਤ ਹੈਗੇ ਆ, ਟੀਚਰਸ ਨਾਲ ਤੁਸੀਂ ਗੱਲਬਾਤ ਕਰਦੇ ਆ, ਪੇਰੈਂਟ ਟੀਚਰ ਮੀਟਿੰਗ 'ਚ ਜਾਂਦੇ ਆ, ਜਾਂ ਬੱਚੇ ਨਾਲ ਕਿੰਨੀ ਕੁ ਗੱਲ ਕਰਦੇ ਆ। ਸੋ ਉੱਥੋਂ ਤੁਸੀਂ ਉਹ ਚੀਜ਼ ਫੜ ਸਕਦੇ ਆ ਕਿ ਬੱਚਾ ਕਿੱਧਰ ਨੂੰ ਜਾ ਰਿਹਾ, ਉਹਦਾ ਝੁਕਾਅ ਕਿੱਧਰ ਨੂੰ ਜਾ ਰਿਹਾ। ਸੋਸ਼ਲ ਮੀਡੀਆ, ਫੋਨਾਂ 'ਤੇ ਬੈਠੇ ਹੋਏ ਬੱਚੇ, ਵੀ ਹੈਵ ਨੋ ਆਈਡੀਆ ਐਜ਼ ਪੇਰੈਂਟਸ ਵੀ ਉਹ ਕੀ ਕਰ ਰਹੇ ਆ। ਕਈ ਕਹਿੰਦੇ ਹੋਮਵਰਕ ਕਰਦੇ ਆ ਜੀ, ਹੁਣ ਇਹ ਤਾਂ ਟੈਕਨੋਲੋਜੀ ਇਹਨਾਂ ਨੇ ਯੂਜ਼ ਕਰਨੀ ਆ, ਆਈਪੈਡ ਯੂਜ਼ ਕਰਨੇ ਆ, ਫੋਨ ਯੂਜ਼ ਕਰਨੇ ਆ, ਦੈਟਸ ਪਾਰਟ ਆਫ ਦੇਅਰ ਸਿਸਟਮ। ਸੋ ਉਹਨੂੰ ਆਪਾਂ ਖੋ ਨਹੀਂ ਸਕਦੇ, ਪਰ ਕੁਛ ਰਿਸਟ੍ਰਿਕਸ਼ਨਸ ਲਾ ਸਕਦੇ ਆ, ਆਪਣੇ ਆਪ ਨੂੰ ਐਜੂਕੇਟ ਕਰ ਸਕਦੇ ਹਾਂ। ਇੱਕ ਤਾਂ ਇਹ ਗੱਲ ਹੋ ਗਈ। ਜਿਨ੍ਹਾਂ ਦੇ ਵੇਚਣ ਲੱਗ ਪੈਂਦੇ ਥੋੜ੍ਹਾ ਮੋਟਾ 7ਵੀਂ 8ਵੀਂ 9ਵੀਂ 'ਚ, ਹੁਣ ਜੇ ਬੱਚਾ ਤੁਹਾਡਾ ਕੈਸ਼ ਘਰੇ ਲੈ ਕੇ ਆ ਰਿਹਾ, ਚਾਹੇ ਉਹ $20 ਹੀ ਲੈ ਕੇ ਆ ਰਿਹਾ, ਤੁਸੀਂ ਦਿੱਤੇ ਨਹੀਂ ਉਹਨੂੰ, ਇਹ ਤੁਹਾਡਾ ਫਰਜ਼ ਬਣਦਾ ਪੁੱਛਣ ਦਾ ਵੀ ਕਿੱਥੋਂ ਆਏ ਹੋ।
ਕਿਉਂਕਿ ਬਹੁਤ ਵਾਰ ਮੈਂ ਦੇਖਿਆ ਕਿ ਦੂਸਰੀਆਂ ਕਮਿਊਨਿਟੀ ਦੇ ਲੋਕ ਵੀ ਕਹਿੰਦੇ ਵੀ ਤੁਸੀਂ ਸੁੱਤੇ ਪਏ ਸੀ। ਜੇ ਤੁਹਾਡਾ ਬੱਚਾ BMW ਡਰਾਈਵ ਕਰਦਾ, ਕੰਮ ਉਹ ਕਰਦਾ ਨਹੀਂ ਕਿਤੇ, ਕੱਲ ਨੂੰ ਉਹ ਗੈਂਗ ਸ਼ੂਟਿੰਗ 'ਚ ਮਾਰਿਆ ਜਾਂਦਾ, ਫਿਰ ਲੋਕਾਂ ਨੇ ਨੈਚੁਰਲੀ ਸਾਨੂੰ ਬਲੇਮ ਕਰਨਾ ਕਿ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਕਿੱਥੋਂ ਇਹ ਪੈਸੇ ਆ ਰਹੇ ਆ। ਪਰ ਮੈਨੂੰ ਲੱਗਦਾ ਹੁੰਦਾ ਕਿ ਪੇਰੈਂਟਸ ਨੂੰ ਇੱਕ ਸਟੇਜ 'ਤੇ ਆ ਕੇ ਪਤਾ ਲੱਗ ਜਾਂਦਾ, ਪਰ ਉਹ ਵਿਚਾਰੇ ਕੁਝ ਕਰ ਨਹੀਂ ਪਾਉਂਦੇ। ਸੋ ਜੇ ਹੁਣ ਬੱਚਾ ਤੁਹਾਡਾ 6 ਫੁੱਟ 3 ਇੰਚ ਦਾ ਹੋ ਗਿਆ, ਅਗਰੈਸ਼ਨ ਨਾਲ ਭਰਿਆ ਹੋਇਆ, ਬਾਹਰ ਉਹ ਪੁੱਠੇ ਕੰਮ ਕਰ ਰਿਹਾ, ਉਹਨੂੰ ਘਰੋਂ ਵੀ ਕੱਢੋਗੇ ਤੁਹਾਨੂੰ ਤਾਂ ਵੀ ਡਰ ਲੱਗਦਾ ਕਿ ਮਾਰਿਆ ਜਾਊ ਬਾਹਰ। ਸੋ ਐਜ਼ ਪੇਰੈਂਟਸ ਇਜ਼ ਵੈਰੀ ਹਾਰਡ ਫॉर them ਟੂ ਡਿਸਾਈਡ। ਸੋ ਉੱਥੇ ਅਥਾਰਟੀਜ਼ ਦੇ ਨਾਲ ਰਲ ਕੇ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ, ਕਮਿਊਨਿਟੀ ਦੇ ਨਾਲ ਉਹਨੂੰ ਸਪੋਰਟ ਕੀਤਾ ਜਾ ਸਕਦਾ ਬੱਚੇ ਨੂੰ ਕਿ ਵਾਪਸ ਚੰਗੇ ਪਾਸੇ ਆ ਜਾ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।